ਸਨਮਾਨਯੋਗ ਗੁਰੂ ਸਾਹਿਬ ਜੀ ਦੀ ਸਾਜੀ ਤੇ ਨਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜਿਸ ਤਰ੍ਹਾਂ ਦੇਸ਼ ਵਿਦੇਸ਼ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਪਹਿਲੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਆ, ਇਸ ਦੇ ਸੰਬੰਧ ਦੇ ਵਿੱਚ ਦਾਸ ਨੂੰ ਇੱਕ ਗੱਲ ਚੇਤੇ ਆ ਗਈ, ਜਿਸ ਦੇ ਵਿੱਚ ਦਾਸ ਦੀ ਵੀ ਹਾਜ਼ਰੀ ਸੀ ਸੰਗਤ ਰੂਪ ਦੇ ਵਿੱਚ, ਤੇ ਮਸਕੀਨ ਸਾਹਿਬ ਜੀ ਵੀ ਉਸ ਟਾਈਮ ਤੇ ਉਹਨਾਂ ਦੇ ਨਾਲ ਵਿਚਰਦੇ ਸੀ। ਅਸੀਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇ ਉਹਨਾਂ ਦੀ ਸਟੇਜ ਤੇ ਹਾਜ਼ਰੀ ਸੀ। ਸੋ ਉਸ ਵਾਕਿਆ ਨੂੰ ਆਪ ਜੀ ਦੇ ਨਾਲ ਸਾਂਝਾ ਕਰਕੇ ਤੇ ਆਪਾਂ ਅੱਗੇ ਵਿਚਾਰ ਸ਼ੁਰੂ ਕਰਦੇ ਹਾਂ। ਇਹ ਵਾਕਿਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇੱਕ ਅੰਦਾਜ਼ੇ ਮੁਤਾਬਕ ਜਾਂ ਪੱਕੇ ਰੂਪ ਵਿੱਚ ਤਕਰੀਬਨ 20 ਲੱਖ ਸੰਗਤਾਂ ਦਾ ਇਕੱਠ ਉਸ ਟਾਈਮ ਤੇ ਹੋਇਆ। ਉਹ ਨਿਊ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਗਿਆ ਉਹ ਦਿਹਾੜਾ। ਸੰਤ ਸਿੰਘ ਮਸਕੀਨ ਜੀ ਉਹਨਾਂ ਦੀ ਵੀ ਉਸ ਟਾਈਮ ਤੇ ਉੱਥੇ ਹਾਜ਼ਰੀ ਸੀ। ਉਹਨਾਂ ਨੂੰ ਇੱਥੋਂ ਦਰਬਾਰ ਸਾਹਿਬ ਲਾਗੋਂ ਚੱਲ ਕੇ ਤੇ ਨਿਊ ਅੰਮ੍ਰਿਤਸਰ ਤਕਰੀਬਨ 4 ਕਿਲੋਮੀਟਰ ਪੈਂਦਾ ਰਸਤਾ। ਐਡੀ ਦੂਰ ਜਾਣ ਤੱਕ ਉਹਨਾਂ ਨੂੰ ਤਕਰੀਬਨ 2 ਘੰਟੇ ਲੱਗੇ। ਉਸ ਦੇ ਵਿੱਚ ਕੀ ਖਾਸ ਗੱਲ ਸੀ? ਗੁਰਮਤਿ ਦੇ ਵਿੱਚ ਸਾਰੀਆਂ ਗੱਲਾਂ ਖਾਸ ਹੁੰਦੀਆਂ, ਪਰ ਉੱਥੇ ਕੀ ਐਸੀ ਚੀਜ਼ ਵਾਪਰੀ? ਇਹ ਹੋਇਆ ਕਿ ਉਸ ਸਥਾਨ ਤੇ ਖੁੱਲੀ ਸਟੇਜ, ਖੁੱਲੇ ਪੰਡਾਲ ਦੇ ਵਿੱਚ ਨਾ ਵੱਖ-ਵੱਖ ਧਰਮਾਂ ਦੇ, ਸਾਰੇ ਹੀ ਧਰਮਾਂ ਦੇ ਲੋਕ, ਮਤਲਬ ਹਿੰਦੂ ਧਰਮ, ਜੈਨ ਧਰਮ ਜਾਂ ਹੋਰ ਆਚਾਰੀਆ, ਇਹ ਸਾਰੇ ਹੀ ਉਹਨਾਂ ਦੇ ਮੁਖੀ ਪਹੁੰਚੇ ਹੋਏ ਸਨ। ਤੇ ਸਮਾਂ ਤਕਰੀਬਨ 15 ਤੋਂ 20 ਮਿੰਟ ਦਾ ਸਾਰਿਆਂ ਨੂੰ ਅਨਾਉਂਸ ਕੀਤਾ ਗਿਆ ਵੀ ਉਦੋਂ ਇੰਨਾ ਸਮਾਂ ਤੁਸੀਂ ਲਾਉਣਾ, ਕਿਉਂਕਿ ਸਾਰੇ ਹੀ ਜੋ ਬੁਲਾਰੇ ਨੇ ਉਹ ਟਾਈਮ ਸਿਰ ਆਪਣੀ ਗੱਲ ਰੱਖ ਸਕਣ। ਉਹਦੇ ਵਿੱਚ ਹਿੰਦੂ ਧਰਮ ਦੇ ਮੁਖੀ ਜਿਹੜੇ ਹੈਗੇ ਨੇ ਸ਼੍ਰੀ ਰਵੀ ਸ਼ੰਕਰ ਜੀ, ਉਹ ਵੀ ਬੁਲਾਰੇ ਸਨ ਬਹੁਤ, ਉਹਨਾਂ ਨੇ ਵੀ ਉੱਥੋਂ ਦੱਸਿਆ। ਉਸ ਤੋਂ ਬਾਅਦ ਦਲਾਈ ਲਾਮਾ ਜੋ ਤਿੱਬਤ ਦੇ ਗੁਰੂ ਸਨ, ਉਹਨਾਂ ਨੇ ਵੀ ਉੱਥੇ ਆਪਣੇ ਵਿਚਾਰ ਰੱਖੇ। ਸੋ ਉਹਨਾਂ ਦੇ ਵਿਚਾਰ, ਜੋ ਦਲਾਈ ਲਾਮਾ ਜੀ ਦੇ ਵਿਚਾਰ ਸਨ ਨਾ, ਉਹ ਹਿੰਦੀ ਭਾਸ਼ਾ ਵੀ ਸ਼ੁੱਧ ਨਹੀਂ ਸੀ, ਉਹਨਾਂ ਦੀ ਕੋਈ ਆਪਣੀ ਭਾਸ਼ਾ ਸੀ। ਤੋਂ ਸੰਗਤਾਂ ਨੇ ਬਹੁਤੀ ਉਸ ਗੱਲ ਨੂੰ ਸਮਝ ਨਹੀਂ ਲੱਗੀ। ਮਸਕੀਨ ਜੀ ਨੇ ਵੀ ਆਪਣੇ ਵਿਚਾਰ ਰੱਖੇ। ਉੱਥੇ ਕੀ ਹੋਇਆ ਕਿ ਉਸ ਜਗ੍ਹਾ ਤੇ ਨਾ ਨਾਲ ਮੁਸਲਮਾਨ ਭਾਈਚਾਰ ਜਿਹੜਾ ਨਾ, ਉਹਨਾਂ ਵੱਲੋਂ ਨੁਮਾਇੰਦੇ ਆਏ ਸੀ। ਹਜ਼ਰਤ ਨਿਜ਼ਾਮੁਦੀਨ ਦੀ ਜੋ ਦਰਗਾਹ ਵਾ ਨਾ, ਉੱਥੋਂ ਦੇ ਮੁਖੀ ਆਏ ਸੀ ਗੁਰੂ ਰੂਪ ਵਿੱਚ। ਉਹਨਾਂ ਦੇ ਆਪਣਾ ਜੋ, ਉਹਨੂੰ ਆਪਾਂ ਉਹ ਮਜੌਰ ਕਹਿੰਦੇ ਨੇ, ਵੀ ਮਜੌਰ ਜਿਸ ਤਰ੍ਹਾਂ ਅਸੀਂ ਸਤਿਕਾਰ ਕਰਦੇ ਹਾਂ ਗ੍ਰੰਥੀ ਸਾਹਿਬ, ਜਾਂ ਉਹ ਮਜੌਰ ਕਹਿੰਦੇ, ਉਹ ਮਜੌਰ ਰੂਪ ਦੇ ਵਿੱਚ ਉੱਥੇ ਮੁਸਲਮਾਨ ਧਰਮ ਨੇ ਆਪਣੇ ਵੱਲੋਂ ਭੇਜੇ ਸੀ ਵੀ ਤੁਸੀਂ ਵੀ ਆਪਣਾ ਜਾ ਕੇ ਵਿਚਾਰ ਰੱਖੋ। ਸੋ ਉਹਨਾਂ ਦੇ ਵਿਚਾਰ ਨੇ, ਉਹ 90 ਸਾਲ ਦੀ ਉਮਰ ਤਕਰੀਬਨ ਉਹਨਾਂ ਦੀ ਹੈਗੀ ਸੀ। ਕੁਝ ਆਦਮੀਆਂ ਨੇ ਫੜ ਕੇ ਉਠਾਇਆ ਉਹਨਾਂ ਨੂੰ, ਫਿਰ ਉਹਨਾਂ ਨੇ ਥੋੜ੍ਹੇ ਜਿਹੇ ਪ੍ਰਵਚਨ ਜਿਹੜੇ ਰੱਖੇ, ਮੈਂ ਆਪ ਜੀ ਨਾਲ ਸਾਂਝ ਪਾਉਣਾ। ਇੱਥੇ ਗੱਲ ਇਹੀ ਚੱਲਦੀ ਆ ਵੀ ਕਿੱਥੋਂ ਕਿੱਥੋਂ ਆ ਕੇ ਕਿਸ ਤਰ੍ਹਾਂ ਦੀ ਬੁੱਧੀ ਰੱਖਣ ਵਾਲੇ ਲੋਕ ਇਸ ਸੱਚੇ ਪਾਤਸ਼ਾਹ ਨੂੰ ਜਾਣ ਕੇ ਤੇ ਇਸ ਦੀ ਕੀਤੀ ਹੋਈ ਗੱਲ ਨੂੰ ਮਾਣ ਕੇ ਤੇ ਕਿੰਨੀ ਉੱਚੀ ਅਵਸਥਾ ਉੱਤੇ ਪਹੁੰਚ ਜਾਂਦੇ ਨੇ, ਉਹ ਖੁਦ ਹੀ ਦੱਸਦੇ ਨੇ। ਤੇ ਕਿਤੇ ਨਾ ਕਿਤੇ ਹੋ ਸਕਦਾ ਸਾਡੇ 'ਚ ਕੋਈ ਨਾ ਕੋਈ ਐਸੀ ਗੱਲ ਰਹਿ ਜਾਂਦੀ ਆ। ਚਲੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਤੇ ਵੀ ਕਿਰਪਾ ਹੋ ਜਾਵੇ। ਸੋ ਕਹਿਣ ਦਾ ਭਾਵ ਉਹਨਾਂ ਕਿਹਾ ਵੀ ਅੱਜ, ਇਹ ਲਫ਼ਜ਼ ਸੀ ਉਹਨਾਂ ਦੇ, ਉਹ ਆਂਦੇ ਅੱਜ ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਧਰਮਾਂ ਵਿੱਚ, ਕੌਮਾਂ ਵਿੱਚ ਜਾਤ ਪਾਤ ਦੇ ਇੰਨੇ ਵਖਰੇਵੇਂ ਨੇ ਕਿ ਬਹੁਤ ਸਾਰਾ ਸਮਾਂ ਜਿਹੜੀ ਮਨੁੱਖਤਾ ਨਾ, ਉਹ ਅਜਾਈਂ ਗਵਾ ਰਹੀ ਹੈ। ਆਪਣੇ ਕਾਰੋਬਾਰਾਂ ਤੋਂ ਵੱਧ ਇਹਨਾਂ ਚੀਜ਼ਾਂ ਦੇ ਵਿੱਚ, ਟੈਨਸ਼ਨਾਂ ਦੇ ਵਿੱਚ ਹੀ ਇਹ ਸਮਾਂ ਜਿਹੜਾ ਬੀਤ ਰਿਹਾ। ਸਰਕਾਰਾਂ ਭਾਵੇਂ ਉਹਨਾਂ ਕਿਹਾ ਨਾ ਚਿੰਤਤ ਹੋਣ, ਪਰ ਧਾਰਮਿਕ ਮੁਖੀ ਉਹਨਾਂ ਦੀ ਡਿਊਟੀ ਵੀ ਬਣਦੀ ਆ ਵੀ ਮਨੁੱਖਤਾ ਦੀ ਜੋ ਵਧੀਆ ਤਰੀਕੇ ਨਾਲ ਗੁਜ਼ਰ ਗੁਜ਼ਾਰਾ ਹੋ ਸਕੇ, ਧਾਰਮਿਕ ਮਨੁੱਖ ਇਸ ਤੇ ਚਿੰਤਤ ਵੀ ਹਨ। ਸੋ ਉਹਨਾਂ ਕਿਹਾ ਵੀ ਇੰਨਾ ਸਮਾਂ ਬੀਤਣ ਦੇ ਬਾਅਦ ਵੀ ਨਾ, ਉਹਨਾਂ ਕਿਹਾ ਵੀ ਅੱਜ ਜੋ ਮੇਰੀ ਜ਼ਿੰਦਗੀ ਦਾ ਸਾਰਾ ਨਿਚੋੜ ਆ ਨਾ, ਉਹ ਇਹ ਆ, ਸਾਡੀਆਂ ਲੱਖ ਯਤਨ ਕਰਨ ਦੇ ਬਾਅਦ ਵੀ ਅਸੀਂ ਚਾਹੁੰਦੇ ਮਨੁੱਖਤਾ ਇੱਕ ਹੋ ਜਾਵੇ।
ਇੱਕ ਝੰਡੇ ਥੱਲੇ ਬੈਠ ਜਾਵੇ। ਇਹ ਧਰਮਾਂ ਦੇ ਵਖਰੇਵੇਂ, ਜਾਤ ਪਾਤ ਦੇ ਲੜਾਈ ਝਗੜੇ ਬੰਦ ਹੋ ਜਾਣ, ਪਰ ਨਹੀਂ ਹੋਣ ਦੇ। ਨਾਲ ਉਹਨਾਂ ਨੇ ਬਚਨ ਕੀਤਾ ਵੀ ਹੋਣੇ ਵੀ ਨਹੀਂ ਜੇ। ਦੇਖੋ ਕਿਸ ਤਰ੍ਹਾਂ ਦਾ ਬਚਨ ਉਹਨਾਂ ਕੀਤਾ। ਉਹ ਆਂਦੇ ਹੋਣੇ ਵੀ ਨਹੀਂ। ਕਿਉਂ ਆਂਦੇ? ਜਿੰਨਾ ਚਿਰ ਤੱਕ ਸੰਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਇਹਨਾਂ ਦਾ ਫਲਸਫਾ ਨਾ ਉਹਦੇ ਅਨੁਸਾਰ ਨਹੀਂ ਚੱਲਦੇ, ਨਹੀਂ ਜੇ ਇੱਕ ਹੋਣੇ। ਉਹ ਆਂਦੇ ਜਿਸ ਦਿਨ ਲੋਕਾਂ ਨੂੰ ਜਾਗਰਤੀ ਆ ਗਈ ਨਾ ਵੀ ਇਹੋ ਹੀ ਗੁਰੂ ਆ ਜੋ ਹਰ ਮਾਨਸਿਕ ਤੌਰ ਤੇ ਇੰਨੀ ਤਕੜੀ ਦੇ ਵਿੱਚ ਵਿਚਾਰ ਆ ਧਾਰਮਿਕ ਲੋਕਾਂ ਵਾਸਤੇ, ਸੰਸਾਰਕ ਤੌਰ ਤੇ ਇੰਨਾ ਗਿਆਨ ਆ, ਜਿਸ ਦਿਨ ਇਹਨੂੰ ਜਾਣ ਲਿਆ ਲੋੜ ਹੀ ਨਹੀਂ ਪੈਣੀ, ਸਾਰਾ ਸੰਸਾਰ ਹੀ ਇੱਕ ਹੋ ਜਾਣਾ ਔਰ ਇਸ ਦੀ ਅਗਵਾਈ ਵਿੱਚ ਹੋਊਗਾ ਸਾਰਾ। ਇਹ ਗੱਲ ਕਹਿ ਕੇ ਸੋ ਮੁਖੀ ਸਨ, ਕਿਸੇ ਦੀ ਹਿੰਮਤ ਨਹੀਂ ਪਈ ਵੀ ਤੁਸੀਂ ਜੀ ਇੱਕ ਮੁਸਲਮਾਨ ਹੋਣ ਕਰਕੇ ਸਿੱਖ ਦੀ ਗੱਲ, ਉਹਨਾਂ ਸੱਚ ਦੀ ਗੱਲ ਕੀਤੀ, ਸੱਚ ਕਰਕੇ ਸੋ ਚਲੇ ਗਏ। ਕਹਿਣ ਦਾ ਭਾਵ ਵੀ ਇੱਕ ਮਨੁੱਖਤਾ ਨਾ, ਇਸ ਨੂੰ ਮਾਨਸਿਕ ਤੌਰ ਤੇ ਬੰਦਾ ਇੰਨਾ ਪਰੇਸ਼ਾਨ ਹੈ ਨਾ, ਵੱਡੇ ਵੱਡੇ ਪੀਰ ਫਕੀਰ ਔਲੀਏ ਜਾਂ ਜਿਹੜੇ ਕੋਈ ਭਗਤੀ ਬੰਦਗੀ ਕਰਦੇ ਆ ਨਾ, ਇਹਨਾਂ ਨੂੰ ਐਸਾ ਮਨ ਨੇ ਧੋਖਾ ਦਿੱਤਾ। ਕਿਉਂਕਿ ਆਪਾਂ ਵਿਚਾਰ ਕਰ ਰਹੇ ਹਾਂ ਵੀ ਗੁਰੂ ਸਾਹਿਬ ਦੇ ਵਿੱਚ ਮਨ ਦੀ ਗੱਲ ਸਾਰੀ ਆ। ਚਾਹੇ ਲਾ ਲਓ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿੰਨੀਆਂ ਵੀ ਆਪਾਂ ਪੰਕਤੀਆਂ ਲਾਵਾਂਗੇ, ਮਨ ਦੀ ਗੱਲ ਹੀ ਸੱਚੇ ਪਾਤਸ਼ਾਹ ਕਰਦੇ ਨੇ। ਕਿਉਂਕਿ ਸਰੀਰ ਦਾ ਸਾਨੂੰ ਸਾਰਾ ਸਿਸਟਮ ਦਿਖਦਾ ਪਿਆ, ਮਨ ਦੀ ਜਿਹੜੀ ਖੋਜ ਆ, ਇਸ ਮਨ ਕੋ ਖੋਜੋ ਭਾਈ। ਸੋ ਮਨ ਦੀ ਗੱਲ ਕੀਤੀ ਆ। ਸੋ ਵੱਡੇ ਵੱਡੇ ਬੰਦਗੀ ਵਾਲਿਆਂ ਵੀ ਬੰਦਿਆਂ ਨੇ ਕਿਹਾ ਵੀ ਮਨ ਤੂੰ ਏਡਾ ਜ਼ਿਆਦਾ ਤੇਰੇ ਦੇ ਵਿੱਚ ਸਿਸਟਮ ਬਣਾਇਆ ਨਾ ਹੇਰਾ ਫੇਰੀ ਦਾ, ਤੂੰ ਇਹੋ ਜਿਹੇ ਭਗਤਾਂ ਨੂੰ, ਵੱਡਿਆਂ ਵੱਡਿਆਂ ਬੰਦਗੀ ਵਾਲਿਆਂ ਨੂੰ ਐਸੇ ਥਾਂ ਤੇ ਸੁੱਟ ਦਿੱਤਾ ਨਾ ਜਿੱਥੇ ਉਹ ਭਗਤ ਕੀ ਕਹਿਲਾਉਣਾ ਸੀ, ਮਨੁੱਖ ਕਹਾਉਣ ਦੇ ਹੱਕਦਾਰ ਵੀ ਨਹੀਂ ਰਹੇ। ਕਹਿਣ ਦਾ ਭਾਵ ਮਨ ਨੇ ਐਸਾ ਛਲ ਕੀਤਾ, ਉਹਨਾਂ ਦੀ ਇੰਨੀ ਜ਼ਿਆਦਾ ਬੇਪਤੀ ਹੋ ਗਈ ਕਿ ਉਹਨਾਂ ਧਾਰਮਿਕ ਆਗੂ ਕੀ ਹੋਣਾ ਸੀ, ਮਨੁੱਖ ਕਹਾਉਣ ਦੇ ਉਹ ਕਾਬਲ ਵੀ ਨਹੀਂ ਰਹੇ। ਸੋ ਉਹਨਾਂ ਦਾ ਕਹਿਣਾ ਵੀ ਹੇ ਮਨ, ਅਸੀਂ ਹੁਣ ਫੈਸਲਾ ਕਰ ਲਿਆ ਵੀ ਅਸੀਂ ਤੇਰੇ ਜੋ ਤੇਰਾ ਪ੍ਰਭਾਵ ਆ ਨਾ ਉਸ ਤੋਂ ਮੁਕਤ ਹੋਵਾਂਗੇ ਹੁਣ। ਕਿਉਂਕਿ ਤੇ ਮੇਰਾ ਜਿੱਥੇ ਆਉਂਦਾ ਨਾ ਮਨ ਲੋਚੇ ਬਰਿਆਈਆਂ, ਸੱਚੇ ਪਾਤਸ਼ਾਹ ਨੇ ਕੋਈ ਵੀ ਪੰਕਤੀ ਲੈ ਲਾਂਗੇ ਨਾ, ਗੱਲ ਮਹਾਰਾਜ ਨੇ ਸਰੀਰ ਦੀ ਕੀਤੀ ਪਰ ਮਨ ਨੂੰ ਲਾਈ ਆ ਵੀ ਜਦੋਂ ਮਨ ਸਾਡਾ ਠੀਕ ਹੋ ਗਿਆ ਸਰੀਰ ਆਪਣੇ ਆਪ ਤੇ ਠੀਕ ਹੋ ਜਾਊ। ਸੋ ਇਹ ਤੇ ਹੁਣ ਬਹੁਤ ਸਾਰੇ ਜਿਹੜੇ ਮਨੋਵਿਗਿਆਨਕ ਨੇ ਨਾ, ਉਹਨਾਂ ਨੇ ਵੀ ਇਹ ਦੱਸ ਦਿੱਤਾ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸਰੀਰ ਨੂੰ ਚੰਬੜੀਆਂ ਹੋਈਆਂ, ਬਹੁਤ ਸਾਰੀਆਂ ਬਿਮਾਰੀਆਂ ਸਾਡੀ ਮਾਨਸਿਕਤਾ, ਮਨ ਸਾਡਾ ਕਮਜ਼ੋਰ ਹੋ ਚੁੱਕਾ, ਜਿਹਦੇ ਨਾਲ ਇਹ ਬਿਮਾਰੀਆਂ ਸਰੀਰ 'ਚ ਆ ਰਹੀਆਂ। ਸੋ ਮਨ ਨੂੰ ਕਿਸ ਤਰ੍ਹਾਂ ਕਰਕੇ ਅਸੀਂ ਮਹਾਰਾਜ ਦੇ ਉਪਦੇਸ਼ ਸੁਣ ਕੇ ਠੀਕ ਕਰ ਸਕਦੇ ਹਾਂ, ਜਿਹਦੇ ਨਾਲ ਸਾਡੇ ਘਰਾਂ ਵਿੱਚ ਅਤੇ ਸਾਨੂੰ ਬਾਹਰੋਂ ਸੁੱਖ ਮਿਲ ਸਕੇ। ਇਸੇ ਮਨ ਦੀ ਸਥਿਤੀ ਮੈਂ ਆਪ ਜੀ ਨਾਲ ਸਾਂਝੀ ਕਰਦਾ। ਭਈ ਇੱਕ ਸੂਰਦਾਸ ਹੋਏ ਆ, ਆਪ ਜੀ ਨੇ ਨਾਮ ਸੁਣਿਆ ਹੋਊਗਾ, ਸੂਰਦਾਸ ਹੋਇਆ, ਉਹ ਵੀ ਮਨ ਦੀ ਕਹਾਣੀ, ਸਾਰੀ ਮਨ ਦੀ ਸਥਿਤੀ ਉਹਨਾਂ ਦੀ ਕੀ ਹੋਈ ਤੇ ਕੀ ਉਹਨਾਂ ਦੇ ਨਾਲ ਵਾਪਰਿਆ, ਕਿਸ ਤਰ੍ਹਾਂ ਉਹਨਾਂ ਨੇ ਫਿਰ ਪਰਮੇਸ਼ਰ ਤੱਕ ਵੀ ਪਹੁੰਚ ਕੀਤੀ। ਸੋ ਸੂਰਦਾਸ ਹੋਏ ਆ, ਮਨ ਨੇ ਐਸਾ ਛਲਿਆ ਉਹਨਾਂ ਨੂੰ ਵੀ ਸਿਮਰਨ ਭਗਤੀ ਕਰਨ ਦੇ ਬਾਅਦ ਵੀ ਨਾ ਉਹ ਇੰਨੇ ਅੱਕ ਗਏ ਤੇ ਥੱਕ ਗਏ ਨਾ, ਉਹ ਆਂਦੇ ਵੀ ਤੇਰਾ ਕੰਮ ਹੀ ਇਹ ਆ ਵੀ ਤੂੰ ਬੁਰਾ ਹੀ ਵੇਖਦਾ, ਬੁਰਾ ਵੇਖ ਕੇ ਤੇ ਉਸ ਚੀਜ਼ ਨੂੰ ਐਕਸੈਪਟ ਕਰ ਲੈਣਾ। ਉਹਨਾਂ ਨੇ ਕੀ ਕੀਤਾ, ਆਪ ਪੜ੍ਹ ਲਿਓ, ਉਹਨਾਂ ਨੇ 2 ਸਲਾਈਆਂ ਲੈ ਕੇ ਤੇ ਆਪਣੀ ਅੱਖਾਂ ਬਚਪਨ ਤੋਂ ਸੂਰਦਾਸ ਦੀ ਨੇਤਰਹੀਨ ਨਹੀਂ ਸਨ, 2 ਸਲਾਈਆਂ ਲੈ ਕੇ ਆਪਣੀ ਅੱਖਾਂ ਹੀ ਕੱਢ ਲਈਆਂ। ਉਹ ਵੇਖੋ ਨੇਤਰਹੀਨ ਹੋ ਗਏ। ਉਹ ਆਂਦੇ ਲਓ ਜੇ ਅੱਖਾਂ ਨੂੰ ਕਹਿੰਦੇ ਵੀ ਜੇ ਤੂੰ ਨਹੀਂ ਬੁਰਾ ਵੇਖਣੋਂ ਹਟਦੀ ਤੇ ਮੈਂ ਤੈਨੂੰ ਕੱਢ ਹੀ ਦੇਣਾ ਅੱਜ। ਤੇ ਕੱਢ ਕੇ ਜਦੋਂ ਬੰਦਗੀ ਕੀਤੀ ਨਾ ਤੇ ਫਿਰ ਉਹਨਾਂ ਦਾ ਤਜਰਬਾ ਕੀ ਦੱਸਦਾ, ਵਿਚਾਰ ਤੇ ਅਜੇ ਵੀ ਉਨੇ ਕੀ ਆ। ਕਹਿਣ ਦਾ ਭਾਵ ਆ ਵੀ ਇਸ ਚੀਜ਼ ਨੂੰ ਕਹਿੰਦੇ ਵੀ ਤੁਸੀਂ ਨਹੀਂ ਮੰਨਣਾ, ਮੇਰੇ ਵਿਚਾਰ ਅਜੇ ਵੀ ਉਦਾਂ ਦੇ ਚੱਲਦੇ ਪਏ ਆ। ਤੇ ਅੱਖਾਂ ਨੂੰ ਨਹੀਂ ਸੀ ਕੱਢਣਾ, ਕਰਨਾ ਕੀ ਸੀ, ਮਨ ਨੂੰ ਸਮਝਾਉਣਾ ਸੀ। ਉਹ ਦੱਸਦੇ ਆ ਵੀ ਭਗਤੀ ਕਰ ਰਹੇ ਸੀ, ਜਿਸ ਤਰ੍ਹਾਂ ਮਨ ਦਾ ਛਲ ਆਇਆ ਨਾ। ਭਾਈ ਜੋਗਾ ਜੀ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਹੁਤ ਪਿਆਰੇ ਸੇਵਕ ਸਨ ਨਾ, ਆਪ ਜਾਣਦੇ ਹੋ ਇਤਿਹਾਸ ਵੀ ਭਾਈ ਜੋਗਾ ਜੀ ਕਿੰਨੀ ਨੇੜਤਾ ਸੀ ਸੱਚੇ ਪਾਤਸ਼ਾਹ ਦੇ ਨਾਲ ਹੀ ਰਹਿੰਦੇ ਹੁੰਦੇ ਸੀ। ਵੇਖੋ ਉਹਨੂੰ ਵੀ ਮਨ ਨੇ ਛਲ ਲਿਆ। ਗਏ ਤੇ ਵਿਆਹ ਕਰਾਉਣਾ ਘਰ, ਪਰ ਆਣ ਕੇ ਵੇਖੋ ਮਨ ਦੇ ਵਿੱਚ ਕਿੱਡਾ ਵਲਵਲਾ ਉੱਠਿਆ। ਉਹ ਕਿੱਡੇ ਐਸੇ ਸਥਾਨ ਤੇ ਪਹੁੰਚ ਗਏ, ਆਪ ਨੇ ਇਤਿਹਾਸ ਜਾਣਦੇ ਹੋ ਵੀ ਉਹ ਉੱਥੇ ਬੰਦਾ ਸੋਚ ਵੀ ਨਹੀਂ ਸਕਦਾ, ਉਹ ਪਹੁੰਚ ਹੀ ਗਏ ਉੱਥੇ। ਤੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸੂਖਮ ਤੌਰ ਤੇ ਸਰਗੁਣ ਹੋ ਕੇ ਨਾ
ਸਾਰੀ ਰਾਤ ਉਹਦਾ ਪਹਿਰਾ ਦਿੰਦੇ ਰਹੇ ਵੀ ਮੇਰਾ ਸਿੱਖ ਕਿਤੇ ਗਲਤ ਜਗ੍ਹਾ ਤੇ ਨਾ ਚਲਾ ਜਾਵੇ। ਹੁਣ ਵੀ ਅਰਦਾਸ ਦਾ ਸੱਚੇ ਪਾਤਸ਼ਾਹ ਚਰਨਾਂ 'ਚ ਬਹਿ ਕੇ ਇਹ ਦਾਵਾ ਜੇ ਵੀ ਗੁਰੂ ਦਾ ਜੇ ਹੋ ਜਾਵੇ ਨਾ ਤੇ ਗੁਰੂ ਦੀ ਡਿਊਟੀ ਉਦਾਂ ਹੀ ਲੱਗ ਜਾਂਦੀ, ਬੰਦੇ ਦੀ ਡਿਊਟੀ ਖਤਮ ਹੋ ਜਾਂਦੀ। ਸੱਚੇ ਪਾਤਸ਼ਾਹ ਕਿਸ ਤਰ੍ਹਾਂ ਜਾ ਕੇ ਆਪਣੇ ਸੇਵਕ ਦੀ ਗੱਲ ਜਿਹੜੀ ਆ ਪੈਜ ਰੱਖਦੇ ਆ, ਲਾਜ ਰੱਖਦੇ ਆ ਵੀ ਮੇਰਾ ਸਿੱਖ ਕਿਤੇ ਗਲਤ ਬੰਦੇ ਨਾਲ ਚਲੇ ਜਾਵੇ। ਨਹੀਂ ਤੇ ਸੰਸਾਰ ਸਾਰਾ ਜਾ ਰਿਹਾ, ਕੋਈ ਚੱਕਰ ਨਹੀਂ। ਜਿਹੜੇ ਗੁਰੂ ਵਾਲੇ ਨਹੀਂ, ਉਹ ਸੂਰਦਾਸ ਦੇ ਵਿਚਾਰ ਹੋ ਰਹੇ ਸੀ, ਉਹਨਾਂ ਨੇ ਆਪਣੇ ਅੱਖਾਂ 'ਚ ਸਲਾਈਆਂ ਮਾਰ ਕੇ ਤੇ ਅੱਖਾਂ ਆਪਣੀਆਂ ਕੱਢ ਲਈਆਂ। ਬੰਦਗੀ ਕਰਨ ਚਲੇ ਗਏ, ਵਿਚਾਰ ਨਹੀਂ ਮਰੇ। ਕੀ ਹੋਇਆ, ਇੱਕ ਦਿਨ ਐਸਾ ਆਇਆ ਵੀ ਸ਼ਾਮ ਤੱਕ ਬੰਦਗੀ ਕਰਦੇ ਰਹੇ ਜੰਗਲ ਦੇ ਵਿੱਚ। ਜੰਗਲ 'ਚ ਬੰਦਗੀ ਕਰਦੇ ਰਹੇ ਤੇ ਆਉਣ ਲੱਗਿਆ ਛੜੀ ਉਹਨਾਂ ਕੋਲ ਫੜੀ ਹੈ ਖੁੰਡੀ, ਤੇ ਜਿੱਧਰ ਵੀ ਮਾਰਦੇ ਆ ਨਾ ਉਧਰ ਕਿਸੇ ਬੰਨੇ ਉਹ ਛਾਪੇ ਝਾੜੀਆਂ ਆ ਜਾਂਦੀਆਂ, ਕਿਸੇ ਬੰਨੇ ਫਿਰ ਖੁੰਡੀ ਮਾਰਦੇ। ਡੰਗੋਰੀ ਘਰ ਨੂੰ ਜਾਣਾ ਸੀ ਤੇ ਕੁਝ ਪਾਣੀ ਦਾ ਜੋ ਵੀ ਪਾਣੀ ਇੱਕ ਬੰਨੇ ਪਾਣੀ ਵਾਲਾ ਕਹਿਣ ਦਾ ਭਾਵੇਂ 4 ਸਵੇਰੇ ਰਸਤਾ ਬਲੌਕ ਹੋਇਆ ਉੱਥੇ। ਫਿਰ ਕਿਉਂਕਿ ਪਰਮੇਸ਼ਰ ਉਹਨਾਂ ਦੀ ਗੱਲ ਮੰਨਦਾ ਸੀ, ਉਹਨਾਂ ਨੇ ਫਿਰ ਉੱਥੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਂ ਘਰ ਜਾਣਾ, ਮੈਨੂੰ ਰਸਤਾ ਨਹੀਂ ਮਿਲ ਰਿਹਾ। ਕੀ ਭਾਣਾ ਵਰਤਿਆ ਵੇਖੋ, ਕਿਸ ਤਰ੍ਹਾਂ ਨਿਰਗੁਣ ਸਰਗੁਣ ਰੂਪ ਵਿੱਚ ਪਰਮੇਸ਼ਰ ਆ ਜਾਂਦਾ। ਜਿਸ ਤਰ੍ਹਾਂ ਭਾਈ ਜੋਗਾ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਰਗੁਣ ਰੂਪ ਵਿੱਚ ਆਣ ਕੇ ਤੇ ਉਹਦੀ ਹੈਲਪ ਕੀਤੀ ਨਾ, ਇਸੇ ਤਰ੍ਹਾਂ ਸੂਰਦਾਸ ਜੀ ਜਦੋਂ ਰਸਤਾ ਲੱਭ ਰਹੇ ਸੀ, ਉਸ ਟਾਈਮ ਦੇ ਉੱਤੇ ਨਾ ਇੱਕ ਬੱਚਾ, ਉਹ ਦੱਸਦੇ 7-8 ਸਾਲ ਦਾ ਬੱਚਾ ਸੀ, ਉਸ ਨੇ ਆਣ ਕੇ ਤੇ ਉਹਨਾਂ ਦੀ ਛੜੀ ਫੜ ਲਈ ਆ ਖੁੰਡੀ ਤੇ ਕਿਹਾ ਵੀ ਬਾਬਾ ਮੈਂ ਤੈਨੂੰ ਰਸਤਾ ਵਿਖਾ ਦਿਆਂ। ਉਹ ਉਹਨਾਂ ਨੇ ਹਾਂ ਕਰ ਦਿੱਤੀ ਹੈ। ਤੇ ਉਸ ਬੱਚੇ ਨੇ ਕੀ ਕੀਤਾ, ਉਹ ਸਾਰੀਆਂ ਜਿਹੜਾ ਸਾਫ਼ ਰਸਤਾ ਸੀ ਉਹਦੇ ਵਿੱਚੋਂ ਲੈ ਕੇ ਤੇ ਸੂਰਦਾਸ ਜੀ ਨੂੰ ਰਾਹੇ ਪਾ ਦਿੱਤਾ। ਅਜੇ ਰਾਹੇ ਪਾਉਣ ਹੀ ਲੱਗਾ ਸੀ ਤੇ ਸੂਰਦਾਸ ਦੀ ਜੀਵਨੀ ਵਿੱਚ ਆਉਂਦਾ, ਪਹਿਲੋਂ ਪਰਮੇਸ਼ਰ ਭੋਲੇ ਭਾਅ ਮਿਲਿਆ। ਵੇਖੋ ਸੂਰਦਾਸ ਨੂੰ ਪਤਾ ਨਹੀਂ ਸੀ ਵੀ ਪਰਮੇਸ਼ਰ ਦੀ ਅਰਦਾਸ ਕੀਤੀ ਕਿਸ ਤਰ੍ਹਾਂ ਮੈਨੂੰ ਬਚਾਊਗਾ। ਇਹਦੇ ਵਿੱਚ ਇਹ ਵੀ ਗੱਲ ਆ ਜਾਂਦੀ ਆ ਵੀ ਭੋਲੇ ਭਾਉ ਮਿਲੇ ਰਘੁਰਾਇਆ। ਭੋਲੇ ਭਾਅ ਜੀ ਪਰਮੇਸ਼ਰ ਦੇ ਜਿਹੜੇ ਆ ਉਹ ਦਰਸ਼ਨ ਹੁੰਦੇ ਆ। ਉਹ ਦੱਸਦੇ ਮੈਂ ਜਾ ਰਿਹਾ ਵਾਂ ਤੇ ਮੇਰੇ ਮਨ 'ਚ ਕੀ ਆਇਆ ਵੀ ਇਸ ਜੰਗਲ ਦੇ ਵਿੱਚ ਤੇ ਇੱਕ ਸਿਆਣਾ ਬੰਦਾ ਨਹੀਂ ਆ ਸਕਦਾ, ਰਾਤ ਦਾ ਟਾਈਮ ਹੋ ਚੱਲਿਆ, ਇੱਕ ਬੱਚਾ ਕਿੱਥੋਂ ਆ ਗਿਆ। ਮਨ 'ਚ ਵੇਖੋ ਆ ਗਈ ਹੇਰਾਫੇਰੀ ਨਹੀਂ ਕਹਿਣ ਦਾ ਮਤਲਬ ਸਿਆਣਪ ਆ ਗਈ। ਮਹਾਰਾਜ ਦੀ ਬਾਣੀ 'ਚ ਹੈਗਾ ਨਾ, ਸਹਿਸ ਸਿਆਣਪ ਲੱਖੋ ਹੋਏ ਤਾਂ ਇੱਕ ਨਾ ਚਲੇ ਨਾਲ, ਚਤਰਾਈ ਨਾ ਚਤੁਰਭੁਜ ਪਾਈਏ। ਸਾਰੀਆਂ ਪੰਕਤੀਆਂ ਦੇ ਵਿੱਚ ਹੈਗੀਆਂ, ਚਤਰਾਈਆਂ ਨਾਲ ਮਿਲਦਾ ਨਹੀਂ, ਭੋਲੇ ਭਾਅ ਮਿਲਦਾ। ਸੋ ਮਨ 'ਚ ਵਿੱਚ ਕੀ ਆਇਆ ਵੀ ਉਹਨਾਂ ਸੋਚਿਆ ਵੀ ਇਹ ਪਰਮੇਸ਼ਰ ਹੀ ਆ ਗਿਆ ਤੇ ਕਿਉਂ ਨਾ ਹੋਵੇ ਵੀ ਮੈਂ ਇਸਨੂੰ ਛੜੀ ਦੇ ਨਾਲ ਹੌਲੀ ਹੌਲੀ ਹੱਥ ਗਾਂਹ ਕਰਦੇ ਨਾ ਇਹਨੂੰ ਫੜ ਹੀ ਲਵਾਂ, ਫੜ ਕੇ ਤੇ ਪੁੱਛਾਂ। ਵੇਖੋ ਚਾਹ ਹੀ ਉਹ ਦੱਸਦੇ ਉਹਨਾਂ ਦੀ ਜੀਵਨੀ ਦੇ ਵਿੱਚ ਵੀ ਉਹਨਾਂ ਨੇ ਖੁੰਡੀ ਦੇ ਅੱਗੋਂ ਹੱਥ ਥੋੜਾ ਵਧਾਉਣਾ ਸ਼ੁਰੂ ਕਰਤਾ ਵੀ ਮੈਂ ਫੜ ਲਵਾਂ ਉਹਨੂੰ। ਉਹ ਦੱਸਦੇ ਉਸੇ ਟਾਈਮ ਤੇ ਉੱਥੋਂ ਉਹ ਗਾਇਬ ਹੋ ਗਿਆ। ਇੱਥੇ ਇਸ ਕਹਾਣੀ ਤੋਂ ਇਹ ਦ੍ਰਿਸ਼ਟਾਂਤ ਲੈਣਾ ਵੀ ਇੱਕ ਤੇ ਇਹ ਵੀ ਜਿਸ ਤਰ੍ਹਾਂ ਧੰਨੇ ਭਗਤ ਨੇ ਬੰਦਗੀ ਕੀਤੀ, ਅੱਜ ਕੱਲ੍ਹ ਇਹ ਵੀ ਚੱਲ ਰਿਹਾ ਜੀ ਪਰਮੇਸ਼ਰ ਆਪ ਆਕਾਰ ਬਣਾ ਕੇ ਨਹੀਂ ਆ ਸਕਦਾ। ਫਿਰ ਆਪ ਜੀ ਨਾਲ ਵਿਚਾਰ ਕੀਤੀ ਜਾਵੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੇਕਾਂ ਹੀ ਫਰਮਾਨ ਨੇ। ਸੋ ਪਰਮੇਸ਼ਰ ਸਰਗੁਣ ਨਿਰਗੁਣ ਦੋਵੇਂ ਚੀਜ਼ਾਂ ਦੇ ਵਿੱਚ ਪਰਮੇਸ਼ਰ, ਸਰਗੁਣ ਆਪ, ਨਿਰਗੁਣ ਵੀ ਉਹੀ, ਕਲਾ ਤਾਰਜਨ ਸਗਲੀ ਮੋਹੀ। ਕਿਸੇ ਰੂਪ ਵੀ ਵਿੱਚ ਵੀ ਪਰਮੇਸ਼ਰ ਜੇ ਧੰਨੇ ਨਾਲ ਆਇਆ ਤੇ ਹੁਣ ਵੀ ਕਿੰਨਿਆਂ ਦੇ ਕਾਰ ਸਵਾਰਦਾ। ਆਪ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਅਨੇਕਾਂ ਹੀ ਜਿਹੜੀਆਂ ਨਿੱਤ ਕੋਈ ਨਾ ਕੋਈ ਘਟਨਾ ਵਾਪਰਦੀ ਹੈ, ਸੁਣਦੇ ਰਹਿੰਦੇ ਹੋ। ਸੋ ਉੱਥੇ ਉਹਨਾਂ ਨੇ ਜੋ ਸੂਰਦਾਸ ਜੀ ਨੇ ਫੜਨ ਦੀ ਕੋਸ਼ਿਸ਼ ਚਲੇ ਗਏ ਆ, ਸੋ ਉਹਨਾਂ ਨੇ ਕਿਹਾ ਵੀ ਮੇਰੇ ਹੀ ਮਨ ਦਾ ਭਾਵ ਸੀ, ਮੈਨੂੰ ਨਹੀਂ ਇੱਦਾਂ ਦੀ ਚਲਾਕੀ ਕਰਨੀ ਚਾਹੀਦੀ, ਪਰਮੇਸ਼ਰ ਆਏ। ਤੇ ਅਗਲੀ ਗੱਲ, ਪਿਛਲੇ ਹਫ਼ਤੇ ਨਾ ਵੀਰਵਾਰ ਇੱਥੇ ਮਹਾਰਾਜ ਦੇ ਸਥਾਨ ਤੋਂ ਕਥਾ ਵਿਚਾਰ ਚੱਲ ਰਹੀ ਸੀ, ਦਾਸ ਸੰਗਤ 'ਚ ਬੈਠਾ ਸੀ ਤੇ ਉਹ ਵਿਚਾਰ ਚੱਲ ਰਹੀ ਸੀ ਛੱਜੂ ਦੀ। ਛੱਜੂ ਭਗਤ ਹੋਇਆ, ਆਪ ਜੀ ਨੇ ਉਹਨਾਂ ਦੀ ਸੁਣੀ ਹੋਣੀ ਆ ਸਿਆਣੇ ਬੰਦਿਆਂ ਨੇ ਵੀ ਜੋ ਸੁੱਖ ਸੱਜੂ ਦੇ ਚੁਬਾਰੇ ਨਾ ਬਲਖ ਨਾ ਬਖਾਰੇ। ਸਾਰਿਆਂ ਅਕਸਰ ਸੁਣੀ ਆ, ਕਹਿ ਅਸੀਂ ਦਿੰਦੇ ਹਾਂ, ਵਰਤ ਵੀ ਲੈਂਦੇ ਹਾਂ ਕਹਿਣ ਦਾ। ਪਰ ਉਹਦਾ ਕੀ ਆ ਵੀ ਸੱਜੂ ਦੇ ਬਾਰੇ ਥੋੜ੍ਹੀ ਜਿਹੀ ਇੱਕ ਵਿਚਾਰ ਆਪ ਜੀ ਨਾਲ ਸਾਂਝੇ ਕਰਦਾ, ਉਹ ਵੀ ਮਨ ਬਾਰੇ, ਕਿਉਂਕਿ ਮਨ ਬਾਰੇ ਗੱਲ ਹੋ ਰਹੀ। ਸੱਚੇ ਪਾਤਸ਼ਾਹ ਦਾ ਦਿਹਾੜਾ ਹੀ ਮਨਾ ਰਹੇ ਹਾਂ। ਸੱਜੂ ਭਗਤ ਨੇ ਕੀ ਕੀਤਾ ਵੀ ਇਹ ਗੁਰੂ ਸਾਹਿਬ ਦੇ ਟਾਈਮ ਹੀ ਹੋਇਆ, ਅੱਜ ਵੀ ਇਹਦਾ ਚੁਬਾਰਾ ਲਾਹੌਰ ਦੇ ਵਿੱਚ ਆਪਾਂ ਵੇਖ ਸਕਦੇ ਹਾਂ। ਉੱਥੇ ਅਜੇ ਵੀ ਉਹ ਉਹਨਾਂ ਸਾਂਭ ਕੇ ਰੱਖਿਆ, ਉਹ ਚੁਬਾਰਾ ਅਜੇ ਵੀ ਚੁਬਾਰਾ ਹੈਗਾ ਅਜੇ ਤੱਕ। ਉਹ ਕੀ ਹੋਇਆ ਵੀ ਸੱਜੂ ਭਗਤ ਨੇ ਜਦੋਂ ਸਿਮਰਨ ਭਗਤੀ ਕੀਤੀ ਨਾ ਤੇ ਚਾਅ ਉਹਨੂੰ ਇੰਨਾ ਚੜ੍ਹ ਗਿਆ, ਜਿਸ ਤਰ੍ਹਾਂ ਅਕਸਰ ਹੀ ਇੱਥੇ ਸਟੇਜ ਤੋਂ ਵਿਚਾਰ ਕਰੀਦੀ ਆ ਵੀ ਗੁਰੂ ਦੇ ਭਗਤ ਆਂਦੇ ਆ ਵੀ ਸੱਚੇ ਪਾਤਸ਼ਾਹ ਜਿੰਨਾ ਸੁੱਖ ਮੈਨੂੰ ਮਿਲ ਰਿਹਾ ਨਾ, ਇਹ ਮੇਰੇ ਬੱਚੇ ਕਿਉਂ ਨਹੀਂ ਲੈ ਰਹੇ, ਇਹ ਫਲਾਣਾ ਕਿਉਂ ਨਹੀਂ ਲੈ ਰਿਹਾ, ਕਿਉਂਕਿ ਫ੍ਰੀ ਸਾਰਾ ਕੁਝ ਕੀ ਕਰਨਾ, ਕੀ ਫ੍ਰੀ ਹੋ ਕੇ ਸੱਚੇ ਪਾਤਸ਼ਾਹ ਤੇਰੇ ਆ ਤੇ ਸਿਮਰਨ ਕਰਨਾ। ਉਹ ਫਿਰ ਚਾਅ ਬਣ ਜਾਂਦਾ।
ਫਿਰ ਗੁਰੂ ਦੇ ਪਿਆਰੇ ਕੀ ਕਰਦੇ, ਜਿਹੜਾ ਕੋਈ ਵੀ ਮਿਲਦਾ ਨਾ ਰਸਤੇ ਦੇ ਵਿੱਚ ਤੇ ਉਹਨੂੰ ਕਹਿੰਦੇ ਵੀ ਭਾਈ ਸਿਮਰਨ ਕਰਿਆ ਕਰੋ, ਸਿਮਰਨ ਕਰਿਆ ਕਰੋ, ਬੜੀ ਵੱਡੀ ਦਾਤ ਜਿਹਦੇ ਇਹ ਮਨੁੱਖ ਦਾ ਜੀਵਨ ਦਾ ਇਲਾਜ ਕਰਦੇ, ਹੋਕਾ ਦਿੰਦੇ ਫਿਰਦੇ ਆ। ਸੋ ਸੱਚੂ ਭਗਤ ਨੂੰ ਜਦੋਂ ਚਾਅ ਚੜਿਆ ਨਾ, ਉਹਨੇ ਸੱਚੇ ਪਾਤਸ਼ਾਹ ਦੇ ਨਾਲ ਨੇੜਤਾ ਬਣ ਗਈ ਉਹਦੀ, ਉਹਨੂੰ ਵੀ ਚਾਅ ਚੜ ਗਿਆ। ਉਹਨੇ ਕੀ ਕੀਤਾ, ਆਂਦਾ ਵੀ ਕਿਉਂ ਨਾ ਮੇਰੇ ਕੋਲ ਇੰਨੀ ਮਾਇਆ ਪਈ ਆ ਤੇ ਕਿਸੇ ਤਰੀਕੇ ਨਾਲ ਇਹਨੂੰ ਮਾਇਆ ਨੂੰ ਵਰਤਾ ਕੇ ਤੇ ਪਰਮੇਸ਼ਰ ਦਾ ਨਾਮ ਜਪਾਈਏ। ਉਹਨੇ ਕੀ ਕੀਤਾ ਵੀ ਇੱਕ ਦਿਨ ਦਾ ਵੇਲਾ ਸੀ, ਆਪਣੇ ਚੁਬਾਰੇ ਦੇ ਉੱਪਰ ਦੱਸਦੇ ਚੜਿਆ ਸੀ ਤੇ ਕੁਝ ਮਜ਼ਦੂਰ ਲੇਬਰ ਨਾ, ਮਜ਼ਦੂਰ ਕੰਮ ਕਰਨ ਵਾਲੇ ਦਿਹਾੜੀਦਾਰ ਬੰਦੇ ਆਏ ਆ ਤੇ ਬਾਰਿਸ਼ ਤੇਜ਼ ਹੋ ਗਈ ਆ ਤੇ ਰਸਤੇ 'ਚ ਕੋਈ ਜਗ੍ਹਾ ਨਹੀਂ ਉਹਨਾਂ ਨੂੰ ਖਲੋਣ ਨੂੰ ਮਿਲੀ। ਉਹਨਾਂ ਨੇ ਉੱਥੇ ਨਾ ਰੋਕ ਕੇ ਸਲਾਹ ਕਰਨ ਡਿਆ ਵੀ ਇੱਥੇ ਰੁਕ ਨਾ ਜਾਈਏ ਚੁਬਾਰੇ ਦੇ ਥੱਲੇ। ਉਹ ਕਾਫੀ ਸਾਰੇ ਮਜ਼ਦੂਰ ਚੁਬਾਰੇ ਥੱਲੇ ਮੀਂਹ ਤੋਂ ਬਚਣ ਵਾਸਤੇ ਰੁਕ ਗਏ ਵੀ ਮੀਂਹ ਘਟੂਗਾ ਤੇ ਚਲੇ ਜਾਵਾਂਗੇ। ਉਨੀ ਦਿਨ ਨੂੰ ਭਗਤ ਸੱਜੂ ਜੀ ਚੁਬਾਰੇ ਤੋਂ ਉੱਪਰ ਚੜੇ ਸੀ। ਉਹਨਾਂ ਵੇਖਿਆ ਵੀ ਕੁਝ ਬੰਦੇ ਥੱਲੇ ਰੁਕੇ ਆ ਤੇ ਮੈਂ ਬੇਨਤੀਆਂ ਕਰਕੇ ਵੇਖ ਲਵਾਂ। ਵੇਖੋ ਉਹਨਾਂ ਨੂੰ ਚਾਅ ਹੀ ਇਸ ਚੀਜ਼ ਦਾ ਚੜਿਆ ਹੁੰਦਾ ਵੀ ਸਾਰੇ ਬੰਦੇ, ਸਾਰਾ ਸੰਸਾਰ ਹੀ ਸੱਚੇ ਪਾਤਸ਼ਾਹ ਤੇਰੇ ਨਾਲ ਜੁੜ ਜਾਵੇ, ਸੁੱਖ ਲਵੇ। ਉਹ ਭਗਤ ਸੱਜੂ ਜੀ ਦੱਸਦੇ ਵੀ ਥੱਲੇ ਉਤਰਿਆ ਤੇ ਉਹਨਾਂ ਨੂੰ ਕਹਿੰਦੇ ਭਈ ਕਿੱਧਰ ਚੱਲੇ ਜੇ? ਉਹਨਾਂ ਦੱਸੀ ਗੱਲ ਜੀ ਦਿਹਾੜੀ ਕਰਨ ਚੱਲੇ ਆ। ਫਿਰ ਪੁੱਛਿਆ ਵੀ ਕਿੰਨੀ ਦਿਹਾੜੀ ਮਿਲਦੀ ਆ? ਉਹਨਾਂ ਦੱਸੀ ਜੀ ਇੰਨੇ ਪੈਸੇ ਮਿਲਦੇ ਆ। ਉਹ ਕਹਿੰਦੇ ਵੀ ਜੇ ਤੁਹਾਨੂੰ ਮੈਂ ਇੰਨੇ ਪੈਸੇ ਦੇ ਦੇਵਾਂ, ਕੰਮ ਵੀ ਤੁਹਾਡਾ ਰੋਜ਼ ਪੱਕਾ ਹੀ ਹੋਊਗਾ, ਮਤਲਬ ਰੋਜ਼ ਤੁਸੀਂ ਇੱਥੇ ਆਉਣਾ। ਉਹਨਾਂ ਕਿਹਾ ਵੀ ਤੁਸੀਂ ਕਹਿੰਦੇ ਜੇ ਵੀ ਕਦੇ ਦਿਹਾੜੀ ਮਿਲਦੀ ਤੇ ਕਦੀ ਨਹੀਂ ਮਿਲਦੀ, ਤੇ ਜੇ ਮੈਂ ਤੁਹਾਨੂੰ ਐਸਾ ਕੰਮ ਦੇ ਦੇਵਾਂ ਇੱਥੇ ਹੀ ਐਸੇ ਜਗ੍ਹਾ ਤੇ ਵੀ ਰੋਜ਼ ਹੀ ਤੁਹਾਨੂੰ ਦਿਹਾੜੀ ਮਿਲਿਆ ਕਰੂਗੀ, ਬਿਨਾਂ ਨਾਗਾ, ਬਿਨਾਂ ਟੁੱਟੇ ਤੋਂ, ਦਿਹਾੜੀ ਟੁੱਟੂਗੀ ਨਹੀਂ। ਉਹ ਆਂਦੇ ਠੀਕ ਹੈ, ਬਿਲਕੁਲ ਠੀਕ ਹੈ, ਅਸੀਂ ਕੀ ਕਰਨਾ ਅੱਗੇ ਜਾ ਕੇ, ਇੱਥੇ ਆਪਾਂ ਕਰ ਲੈਂਦੇ ਹਾਂ। ਫਿਰ ਉਹਨਾਂ ਨੇ ਡਿਊਟੀ ਸਮਝਾ ਦਿੱਤੀ। ਡਿਊਟੀ ਕੀ ਸਮਝਾਈ? ਉਹ ਕਹਿੰਦੇ ਆ ਵੀ ਤੁਸੀਂ ਇੱਥੇ ਬਹਿ ਜਾਓ ਤੇ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ। ਤੁਸੀਂ ਪਰਮੇਸ਼ਰ ਦਾ ਨਾਂ ਲਈ ਜਾਣਾ, ਜਿੰਨਾ ਚਿਰ ਤੁਸੀਂ ਡਿਊਟੀ ਕਰਦੇ ਜਾਣਾ, ਸਿਮਰਨ ਕਰਨਾ ਤੁਸੀਂ, ਤੇ ਬਸ ਇੰਨਾ ਕੰਮ ਹੈ। ਰੋਜ਼ ਆ ਜਾਇਆ ਕਰੋ ਤੇ ਮੇਰੇ ਕੋਲ ਪੈਸੇ ਲੈ ਜਾਇਆ ਕਰੋ। ਵੇਖੋ ਕਿਸ ਤਰ੍ਹਾਂ ਦੇ ਦਾਨ ਕਰਨ ਦੇ ਤਰੀਕੇ, ਕਿਸ ਤਰ੍ਹਾਂ ਦੇ ਪਰਮੇਸ਼ਰ ਨੂੰ ਮਿਲਾਉਣ ਦਾ ਡਾਇਰੈਕਟ ਸਾਧਨ। ਉਹ ਬਹਿ ਗਏ ਸਾਰੇ ਜਾਣੇ ਉੱਥੇ ਸੱਜੂ ਦੇ ਚੁਬਾਰੇ। ਜੋ ਸੁਖ ਸੱਜੂ ਦੇ ਚੁਬਾਰੇ ਨਾ ਪਲਕ ਨਾ ਵਿਖਾਰੇ, ਕਹਿਣ ਦਾ ਭਾਵ ਵੀ ਇੱਥੋਂ ਸਾਰੀ ਇਹ ਜੋ ਗਾਥਾ ਵਾ ਜੋ ਪ੍ਰਚਲਿਤ ਹੋਈ ਆ, ਉਹ ਬਹਿ ਗਏ ਆ ਤੇ ਉਹਨਾਂ ਨੇ ਸਿਮਰਨ ਸ਼ੁਰੂ ਕਰਤਾ, ਜੋ ਉਹਨਾਂ ਨੇ ਉਹਨਾਂ ਨੂੰ ਤਰੀਕਾ ਦੱਸਿਆ। ਦੱਸਦੇ ਵੀ ਕੁਝ ਸਮਾਂ ਬੈਠੇ ਰਹੇ ਆ, ਪਰ ਗੱਲ ਤੇ ਫਿਰ ਮੰਨਦੀ ਆ ਗਈ। ਜਿੱਥੇ ਜੋ ਅਵਸਥਾ ਸੱਜੂ ਦੀ ਉਹਨਾਂ ਦੀ ਕਿੱਥੋਂ, ਜਦੋਂ ਲਿਖਿਆ ਹੀ ਨਹੀਂ ਕੋਟਨ ਮੇ ਕਊ ਪਰਮਗਤ ਪਾਵੇ, ਕਿੰਨਿਆਂ ਕੁ ਦੀ, ਪਰ ਕੋਸ਼ਿਸ਼ ਤੇ ਕਰਨੀ ਚਾਹੀਦੀ ਨਹੀਂ। ਚਲੋ ਜੇ ਕੰਪਲੀਟ ਨਹੀਂ ਪਰਮੇਸ਼ਰ ਤੱਕ ਪਹੁੰਚਿਆ ਜਾਂਦਾ, ਕੁਝ ਕਦਮ ਤੇ ਚੱਲੇ, ਅਗਾਂਹ ਲਗਾ ਫਿਰ ਵੀ ਕੁਝ ਕਦਮ ਚੱਲੇ। ਉਹ ਬੈਠੇ ਰਹੇ ਤੇ ਕੀ ਹੋਇਆ, ਉਹ ਮਨ ਦੇ ਵਿੱਚ ਠਰਾਓ ਥੋੜਾ ਹੈਗਾ ਸੀ। ਉਹਦੇ ਮਨ 'ਚ ਆਪਾਂ ਜਦੋਂ ਬੈਠਦੇ ਹਾਂ ਤੇ ਉਹ ਕੀ ਹੋਇਆ, ਵਿਚਾਰ ਹੀ ਚੱਲੇ ਜਾਂਦੇ ਸੀ। ਵਿਚਾਰ ਚੱਲੀ ਗਏ। ਫਿਰ ਉਹ ਚੌਂਕੜੀਆਂ ਜਿਸ ਤਰ੍ਹਾਂ ਮਾਰਦੇ ਆ ਨਾ, ਚੌਂਕੜਾ ਕਦੀ ਇੱਧਰ ਕਦੀ ਉੱਧਰ ਤੇ ਨਾਲ ਹੀ ਮਨ 'ਚ ਵਿਚਾਰ ਚੱਲ ਪਏ ਤੇ ਇਹਦੇ ਨੂੰ ਤੇ ਧੁੱਪੇ ਕੰਮ ਕਰ ਲੈਂਦੇ, ਉਹ ਕਿਤੇ ਚੰਗਾ ਕਿੱਥੇ ਫਸ ਗਿਆ ਜਾਣ ਕੇ, ਆਹ ਨਵਾਂ ਹੀ ਕੰਮ ਪੈ ਗਿਆ, ਤੁਹਾਨੂੰ ਉੱਠਣ ਨੂੰ ਦਿਲ ਨਾ ਕਰੇ। ਉਹ ਕੀ ਹੋਇਆ ਵੀ ਇੱਕ ਜਾਣੇ ਨੇ ਵਿੱਚੋਂ ਕੀ ਕੀਤਾ, ਹੌਸਲਾ ਕਰਕੇ ਨਾ, ਤੇ ਉਹਨੇ ਕਿਹਾ ਜੀ ਮੈਂ ਵਾਸ਼ਰੂਮ ਜਾਣਾ। ਉਹ ਚੱਲ ਗਿਆ ਇੱਕ, ਤੇ ਦੂਜਿਆਂ ਨੇ ਵੀ ਨੇਤਰ ਪੂਰੇ ਨਹੀਂ ਸੀ ਬੰਦ ਕੀਤੇ। ਇਹੋ ਅਵਸਥਾ ਚੱਲਣ ਡਈ ਹੈ। ਉਹ ਇੱਕ ਜਣਾ ਉੱਠ ਕੇ ਚੱਲ ਗਿਆ ਤੇ ਦੂਜੇ ਕੀ ਆਂਦੇ ਮੈਂ ਵੀ ਕਰ ਆਵਾਂ। ਉਹ ਸਾਰੇ ਉੱਠ ਕੇ ਚਲੇ ਗਏ। ਵੇਖੋ ਭਗਤੀ ਜਿਹੜੀ ਆ ਕਿੱਡਾ ਅਮੁੱਲ ਖਜ਼ਾਨਾ ਤੇ ਕਿੰਨਾ ਸੌਖਾ ਮਿਲਦਾ, ਤੇ ਇਹ ਭਗਤ ਹਰ ਭਗਤ ਚਾਹੁੰਦਾ। ਫਿਰ ਉੱਥੋਂ ਕਹਾਣੀ ਕੀ ਚਾਲੂ ਹੋਈ ਵੀ ਗੁਰੂ ਨਾਨਕ ਦੇ ਘਰ ਨੇ ਤੇ ਇਹਨੂੰ ਇੰਨਾ ਸੌਖਾ ਕਰ ਦਿੱਤਾ ਵੀ ਇੱਕ ਵੀ ਬੰਦਾ ਵਾਂਝਾ ਨਾ ਰਹਿ ਜਾਵੇ, ਸਾਰੇ ਦੇ ਸਾਰੇ ਮੈਨੂੰ ਆਣ ਕੇ ਮਿਲ ਲਿਓ, ਪਰਮੇਸ਼ਰ ਨੂੰ ਸਾਰੇ ਮਿਲ ਲਿਓ, ਕੋਈ ਵਾਂਝਾ ਨਾ ਰਹਿ ਜਾਵੇ। ਉਹ ਇੰਨੀਆਂ ਛੋਟਾਂ ਦੇ ਦਿੱਤੀਆਂ ਮਹਾਰਾਜ ਨੇ ਵੀ ਤੁਸੀਂ ਇੱਕ ਤੇ ਕਿਰਤ ਕਮਾਈ ਕਰੋ, ਜਿਹੜੀ ਕਿ ਪਹਿਲੋਂ ਨਹੀਂ ਸੀ ਹੁੰਦੀ। ਕਿਰਤ ਕਮਾਈ ਕਰੋ, ਫਿਰ ਤੁਸੀਂ ਕੀ ਕਰੋ, ਆਪਣਾ ਤੁਸੀਂ ਗ੍ਰਸਤੀ ਜੀਵਨ ਵੀ ਜਿਹੜਾ ਬਾਲ ਬੱਚੇ ਸਾਰਾ ਪਰਿਵਾਰ ਵੀ ਤੁਹਾਡਾ ਹੋਵੇ, ਤੇ ਸਵੇਰੇ ਉੱਠ ਕੇ ਸਮੇਂ ਨਾਲ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਮਹਾਰਾਜ ਦਾ ਨਾਮ ਜਪੋ। ਤੇ ਫਿਰ ਵੇਖੋ ਵੀ ਉਹ ਰੰਗ ਲੱਗ ਜਾਂਦਾ, ਜਿਸ ਰੰਗ ਨੂੰ ਕੀ ਕਰਦਾ ਵਾ, ਕਦੀ ਇਹ ਕਿਸੇ ਭੈਣ ਦੇ ਵਿੱਚੋਂ ਲੱਭਦਾ, ਕਦੀ ਭਰਾ ਦੇ ਵਿੱਚੋਂ, ਕਦੀ ਪੜੋਸੀ ਦੇ ਵਿੱਚੋਂ ਵੀ ਸੁੱਖ ਮਿਲਦਾ, ਨਹੀਂ ਸੁੱਖ ਮਿਲਦਾ। ਸੋ ਕੀ ਕਰਦਾ, ਦਰ ਚੋਟਾਂ ਖਾਂਦਾ ਫਿਰਦਾ। ਉਹ ਸੁੱਖ ਤੇ ਕੀ ਸੀ, ਇੱਥੋਂ ਮਿਲਣਾ ਸੀ ਮਹਾਰਾਜ ਦੇ ਘਰੋਂ। ਇਹ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਬੜਾ ਵੱਡਾ ਪਰਉਪਕਾਰ ਕੀਤਾ। ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਇੱਕ ਹੀ ਬਾਣੀ ਲਿਖੀ ਨਾ ਗੁਰੂ ਨਾਨਕ ਦੇ ਘਰ ਦੀ, ਹੋ ਸਕਦਾ ਕੱਲ ਨੂੰ ਸ਼ੰਕਾਵਾਦੀ ਸ਼ੰਕਾ ਕਰਨ
महाराज ने की कीता भी ਵੱਖ-ਵੱਖ ਇਲਾਕਿਆਂ ਚੋਂ उस टाइम ते ना ਵੱਖ-ਵੱਖ ਇਲਾਕਿਆਂ ਚੋਂ अपने बंदे भेज के सेवादार भेज के ना ते बाणी इकत्तर की इकट्ठी की भी जिथे जिथे भी है बाणी कबीर जी की फरीद जी के लै आओ। तो हैरानगी की गल तो उदों रही ना भी सारिया ने उहो तरीका दसिया परमेश्वर नूं मिलदा जो गुरु नानक दे घर ने दसिया। तो महाराज ने बाणी भी उहो दर्ज की जो बिल्कुल सौखी तो स्पष्ट गल ही। दूजी बाणी नूं जिहड़ी कि जिहदे विच वेख्या सी कि यह बाणी मनुख वास्ते ठीक नहीं, सच्चे पातशाह ने बेनती करके सत्कार के सहित वो पोथियां वापस भेज दित्तियां। तो जो सौखा तरीका है बिल्कुल जो 100% बंदे के माफक सी ना गुरु नानक का घर, वो फिर भगतां की बाणी भी महाराज ने विच दर्ज की। सो एडा वड्डा खजाना अपने कोल महाराज ने दिता वा। ते बड़े वड्डे भाग है साडे भी सानू सच्चे पातशाह ने भी जना दिता। ये भी पुछण की लोड़ नहीं भी गुरु तुहाडा यही आ, इत्थों ही मिलना वा। फिर विचार की भी अनेकों बार स्टेज तो गाथा सुनाइयां, अजे होर भी बहुत सारियां ने। किन्ने लोग भगती करन दे चाहवान जिहड़े ना ਜਦੋਂ हंब गए थक गए हार गए आ ना तो सच्चे पातशाह की शरण में आ गए आ। जो बाणी पढ़नी शुरू की ना उन्होंने, चाहे वह पंजाबी भाषा नहीं सी जानते, हौली हौली पढ़ी आ तो मन में इन्ना आनंद आया भी जो चीज़ लभदे ही ये भरिया। ये तो महाराज ने हर अंग से सच्चे पातशाह ने इशारा कर दिता भी आह तरीका जे नहीं सी लभ रहा। ठगियां ठोरियां वज रही सी, कोई कुछ कह रहा सी, कोई कुछ कह रहा सी। इन्ना सौखा तरीका आते असीं तो जीवन ही सारा कढ़ मारिया। इन्नी कठिन भगती की आ, इन्नी कठोर, पानी नहीं पीना, दूजा अन्न नहीं खाना। तो महाराज ने तो आख्या भी जो मर्जी छको। देखो इन्ना खुला खजाना हो भी जो मर्जी छकी जाओ। वैष्णु भोजन छकना नाल दे नाल वैष्णु, जिहदे विच कोई ऐसा जीव जंतु की हत्या ना होवे। ते जीव जंतु तो सगों महाराज ने कहा भी उन्हां ते जियां ते जिहड़ा ना वो जियां ते परोपकार कर, वो भी तेरी भगती दे विच जिहड़ा शामिल हो जूगी। तेरी समाधि लगूगी जदों किसी जीव ते तू दया करेगा। तो ये महाराज का परोपकार है जीवां ते। फिर बड़ी खुशी हुंदी है भी इस स्थान ते इस जो बगाना देश जो अपना देश बन गया कनेडा, इत्थे आण के वेख्या भी चाहे 7 समुद्रों पार इत्थे गुरसिख गुरमुख आए आ ना, पर इत्थे वेख्या भी भगती बंदगी के समुंदर ही चलते पे, इत्थे जुड़े पे। दास कई वारी सैर करता शाम नूं ते कई बीबियां वेखियां रह रहता पाठ नित्यनेम करन डईआं ते गुरमुख करन डए हुंदे। कईयां दे इत्थों तक भी वो छोटिया छोटिया टेबर घाटा रखियां, सुखमनी साहब का पाठ लाया ते जुड़े ने। सो कहण दा मतलब एक तो वैसे सुख इत्थे वातावरण ही इहो जिहा, ते नाल फिर जो गुरबाणी का आसरा मिल जाता फिर तो कोई चीज़ रह नहीं जाती जो इत्थे आण के आपां नहीं सी करनी। उत्थे सानूं की कई वारी फिक्र हुंदा रोटी पानी का, बाल बच्चे का। इत्थे इन्नियां सुख साधन हैगे ने, नाल जे भगती आ जाए तो फिर मकसद जिहड़ा जीवन का इत्थे जिहड़ा साडा आउंदा सी ना वो पूरा हो जाता। तो फिर की हुंदा, फिर एक ही गल रह जाती आ, सारियां इच्छा पूरियां हो जांदियां, एक इच्छा रह जाती आ सच्चे पातशाह मैनूं भी इहो जिहे बंदे मिल जिहड़े अजे भी चाह, सारियां भुखां मिट जांदियां, कोई तृष्णा कोई भुख नहीं रह जाती। एक ही इच्छा रह जाती आ, सच्चे पातशाह मैनूं संगत बख्श, मैनूं संगत बख्श, मैं संगत विच आवां ते तेरे जना दे मैं जोड़े साफ करा। ये उन्हां दे विच जिहड़ी तृष्णा जां इच्छा है ना, तृष्णा नहीं कह सकते, इच्छा ये वधदी जाती है भी सच्चे पातशाह मैं ला इन्ना क लै लवां, इन्ना क लै लवां। शाहू देखे पतियाए, शाहू परमेश्वर इन्ना खुश हो जाए भी तेरी इन्नी भगती बंदगी है तो तू फिर वेखो इन्ना निमाणा हो जाए भी गुरु दे आण के टै पिया। हुण की करन डै पिया, हुण भांडियां दी सेवा करदा ते नाल एक होर काम भी करदा। वो की करदा जिहड़े पिछले हफ्ते विचार कीती सी, सेवा सिमरन दो पईए आ, नाल सेवा करी जांदा ते नाल वाहिगुरू गुरमंत्र करी जांदा। ते फिर इदों वड्डी ये वो समा आ जांदा जदों सेवा करदा ते नाल सिमरन करदा ना, ये वो घड़ियां उहदे जीवन दीयां हुंदियां ने भी जदों उहदी जिंदगी दे विच पुन्नां दी सिखर हो जाती। सच्चे पातशाह इन्ना खुश हो जाता ना, वो खुश हो के दोवें दाता दे दिंदा। ये तो गांह कुछ है ही नहीं, बस मेल ही मेल, खुशी खुशी आ, सेवा करदा ते सिमरन करदा, बस इहो ही जिंदगी का लाभ आ। बाकी तो रोना करलाउणा ही, किसी नूं पुछ लईए की हाल आ, ਉਹਦੇ ਹਾਲਾਤ ਉਸੇ ਵੇਲੇ पता लग जाता। गुरमुखी आ ਜਿਹੜੇ आंदे भी बड़ी सच्चे पातशाह की कृपा, चेहरा ही दस दिंदा, हाल पुछण तो बगैर चेहरा ही दस दिंदा भी गुरमुख सिमरन बाणी च जुड़े आ। जो सवेर का सिमरन किया चेहरे तो लग जाता पता। उधर भावें बेशक की वड्डी गड्डी च उतरिया, वो चेहरा दस दिंदा भी इन्हें तो कभी महाराज के घर दर्शन करन भी नहीं आया, क्योंकि चेहरे के उत्ते मर गए होंदा रहिंदा। सच्चे पातशाह कृपा करन सारे संसार से जो महाराज का नाम सिमरन वो चले, तां जो सारे जीव सच्चे पातशाह का जो वड्डा मुला खजाना ਉਹਦਾ ਲਾਭ ਲੈ ਸਕਣ जी।
ਇੰਨੀਆਂ ਹੀ ਬੇਨਤੀਆਂ ਸਨ ਜੀ। ਜੇ ਕੋਈ ਬੋਲਦਿਆਂ ਹੋਇਆ ਕੋਈ ਐਸਾ ਲਫ਼ਜ਼ ਬੋਲਿਆ ਗਿਆ ਹੋਵੇ, ਸਾਧ ਸੰਗਤ ਜੀ ਅਤੇ ਗੁਰੂ ਸਾਹਿਬ ਮਾਫ਼ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਮਨਜੀਤ ਸਿੰਘ ਜੀ ਜੇਜੇਆਣੀ। ਗੁਰਮੁਖਾਂ ਪਿਆਰਿਆਂ ਦਾ ਬਹੁਤ ਧੰਨਵਾਦ ਹੈ।